नरेंद्र मोदी रसिया और चीन जाकर अश्लील हरकतें करते थे। यहां तक कि मोदी ने एक लड़की को कई दिनों तक चैन में बांधकर कैदी बना रखा था। अबे क्या महिला कह अब रहे हो? अमेरिका में छिपी हुई है। मोदी और शाह दोनों ने मिलकर एक लड़की की जासूसी करवाई। और फिर ये लड़की को कैदी बनाकर रखना, चेन लगा करके, मानसी सोनी। और मोहब्बत की हुंदी चले जी नू जी हुंदी। ਅੱਜ ਦੀ ਵੀਡੀਓ ਤੋਂ ਜਦੋਂ ਮੈਂ ਟਾਈਟਲ ਦੇਖਿਆ ਮੈਂ ਹੱਕਿਆ ਬੱਕਿਆ ਰਹਿ ਗਿਆ। ਮੈਂ ਕਿਹਾ ਹੈ ਇਹ ਚੀਜ਼ ਕਿੱਦਾਂ ਪੋਸੀਬਲ ਹੋ ਸਕਦੀ ਹੈ ਭਾਈ, ਮੈਨੂੰ ਤਾਂ ਯਕੀਨ ਜਾ ਨਹੀਂ ਹੋਇਆ। ਤੇ ਮੈਂ ਕੱਲਾ ਟਾਈਟਲ ਦੇਖਿਆ ਕਿਉਂਕਿ ਮੈਂ ਕਿਹਾ ਵੀਡੀਓ ਬਈ ਟੌਪਿਕ ਵਧੀਆ ਲੱਗਣ ਡਿਆ, ਮਤਲਬ ਇੰਟਰਸਟਿੰਗ ਜਿਹਾ ਹੈ ਕਿਉਂਕਿ ਲੋਕਾਂ ਦੀ ਭਾਈ ਲੋਕਾਂ ਦਾ ਮੈਂਟਲੀ ਜਾਂ ਮੈਂਟੈਲਿਟੀ ਹੈ ਜੋ ਉਹ ਲੋਕਾਂ ਦੇ ਵਿੱਚ ਮੈਂ ਵੀ ਆਉਣਾ ਹੀ ਆ ਭਾਈ। ਮਤਲਬ ਆਪਣੀ ਸਾਰਿਆਂ ਦੀ ਮੈਂਟੈਲਿਟੀ ਇਦਾਂ ਦੀ ਹੁੰਦੀ ਹੈ ਕਿ ਜਦੋਂ ਕੋਈ ਇਦਾਂ ਦੀ ਚੀਜ਼ ਦੇਖੀਏ ਨਾ ਜਿਹੜੀ ਅਨਐਕਸਪੈਕਟਡ ਜੀ ਲੱਗੇ ਤੇ ਲੱਗੇ ਹੈ ਇਦਾਂ ਕਿਵੇਂ ਹੋ ਗਿਆ। ਸੋ ਫਿਰ ਚਾਹ ਜਾ ਚੜ ਜਾਂਦਾ, ਬਸ ਚਾਹ ਨਹੀਂ ਚੜਦਾ, ਮਤਲਬ ਇਹ ਹੁੰਦਾ ਕਿ ਯਾਰ ਅਸੀਂ ਵੇਖੀਏ ਵੀ ਇਹ ਹੈ ਕੀ ਚੀਜ਼। ਕਰਿਓਸਿਟੀ ਵੱਧ ਜਾਂਦੀ ਹੈ, ਕਰਿਓਸਿਟੀ ਇਜ਼ ਦਾ ਰਾਈਟ ਵਰਡ। ਠੀਕ ਹੈ, ਪਹਿਲਾਂ ਮੈਂ ਕੁਝ ਹੋਰ ਹੀ ਬੋਲੀ ਜਾਂਦਾ ਸੀ, ਐਵੇਂ ਤੁਸੀਂ ਕਹਿਣਾ ਕਿ ਭਾਜੀ ਤੁਸੀਂ ਵੀ ਨਾ। ਚਲੋ ਐਨੀ ਹਾਓ, ਗੱਲ ਇੱਦਾਂ ਵੀ ਟੌਪਿਕ ਹੈ ਵੀ ਟਾਈਟਲ ਤੁਸੀਂ ਪੜ੍ਹ ਲਿਆ। ਵੈਸੇ ਮੈਂ ਵੀ ਦੱਸ ਦਿੰਦਾ ਕਿ ਮੋਦੀ ਸਾਹਿਬ ਸਾਡੇ PM ਸਾਹਿਬ ਬਹੁਤ ਹੀ ਸਤਿਕਾਰਯੋਗ, ਰਿਸਪੈਕਟਡ। ਦੇਖੋ ਹਰ ਇੱਕ ਦੁਨੀਆ ਦਾ ਜਿਹੜਾ PM ਹੁੰਦਾ ਨਾ ਉਹ ਤੋਂ ਬਈ ਦੁਨੀਆ ਖੁਸ਼ ਵੀ ਹੁੰਦੀ ਹੈ ਅਤੇ ਉਹਨਾਂ ਤੋਂ ਕਈ ਦੁਨੀਆ ਖੁਸ਼ ਵੀ ਨਹੀਂ ਹੁੰਦੀ। ਦੁਨੀਆ ਦਾ ਮਤਲਬ ਉਹਨਾਂ ਦੇ ਦੇਸ਼ ਦੇ ਜਿਹੜੇ ਵਾਸੀ ਆ, ਠੀਕ ਹੈ, ਕਿਉਂਕਿ ਇੱਕ PM ਕਦੇ ਵੀ ਦੇਸ਼ ਦੇ ਸਾਰੇ ਵਾਸੀਆਂ ਨੂੰ ਖੁਸ਼ ਨਹੀਂ ਕਰ ਸਕਦਾ ਕਿਉਂਕਿ ਅਪੋਜ਼ਿਟ ਪਾਰਟੀ ਵਾਲੇ ਵੀ ਅਤੇ ਅਪੋਜ਼ਿਟ ਪਾਰਟੀ ਵਾਲੇ ਕਦੇ ਵੀ ਚੰਗਾ ਨਹੀਂ ਕਹਿਣਗੇ ਕਿਸੇ ਨੂੰ। ਠੀਕ ਹੈ, ਇਹ ਵੀ ਗੱਲ ਹੈ। ਕਈ ਕਮੀਆਂ ਵੀ ਹੁੰਦੀਆਂ, ਕਈ ਚੰਗੇ ਕੰਮ ਵੀ ਕੀਤੇ ਜਾਂਦੇ ਆ। ਸੋ ਰਲ ਕੁੱਲ ਮਿਲਾ ਕੇ ਦੇਖਿਆ ਜਾਵੇ ਬਈ ਉਹ ਸਾਡੇ PM ਹੈ ਐਂਡ ਹੀ ਇਜ਼ ਵੈਰੀ ਰਿਸਪੈਕਟਡ ਪਰਸਨ। ਠੀਕ ਹੈ, ਸੋ ਪਰ ਅੱਜ ਦੀ ਇੱਕ ਜਿਹੜੀ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬਈ ਇਹਨਾਂ ਨੇ ਆਪਦੀ ਜਵਾਨੀ ਦੇ ਟਾਈਮ 'ਤੇ ਵੈਸੇ ਦੱਸਦਾ ਕਿ ਅਕਵਾਰੇ ਆ ਹੈ ਨਾ, ਇਹਨਾਂ ਨੇ ਵਿਆਹ ਨਹੀਂ ਕੀਤਾ ਅਤੇ ਜਵਾਨੀ ਦੇ ਟਾਈਮ 'ਤੇ ਕਹਿੰਦੇ ਜੀ ਇਹਨਾਂ ਨੇ ਇੱਕ ਕੁੜੀ ਨੂੰ ਬੰਦੀ ਬਣਾਇਆ, ਕਿਡਨੈਪ ਕੀਤਾ ਅਤੇ ਹੋਰ ਵੀ ਪਤਾ ਨਹੀਂ ਕੀ ਕੁਛ। ਮਤਲਬ ਇਹੋ ਜਿਹੇ ਖੁਲਾਸੇ ਕੀਤੇ ਜਾ ਰਹੇ ਅੱਜ ਦੀ ਇਸ ਵੀਡੀਓ ਦੇ ਵਿੱਚ। ਜਾਣਾਂਗੇ, ਦੇਖਾਂਗੇ, ਸੁਣਾਂਗੇ, ਵਿਚਾਰਾਂਗੇ ਕਿ ਇਹ ਗੱਲਬਾਤ ਕੀ है सारी। आओ देखिए। नरेंद्र मोदी रसिया और चीन जाकर अश्लील हरकतें करते थे। यहां तक कि मोदी ने एक लड़की को कई दिनों तक चैन में बांधकर कैदी बना रखा था। अबे क्या महिला कह रहे अब हो? अमेरिका में छिपी हुई है। मोदी और शाह दोनों ने मिलकर एक लड़की की जासूसी करवाई। और फिर ये लड़की को कैदी बनाकर रखना, चेन लगा करके, मानसी सोनी, उसका नाम सुना है? नहीं सुना। वो अभी छिपी हुई है अमेरिका में। हाँ, तो ये सारी चीज़ पता लगने में। और फिर इसकी व्यवहार जब ये ਲੇਕਿਨ ਵੇਟ ਆ ਮਿੰਟ, ਉਹ ਛਿਪੀ ਹੋਈ ਹੈ ਤੁਹਾਨੂੰ ਕਿਵੇਂ ਪਤਾ? ਨਾਲੇ ਤੁਹਾਨੂੰ ਇਹ ਸਾਰੀ ਗੱਲਾਂ ਕਿਵੇਂ ਪਤਾ? ਪੁਆਇੰਟ ਟੂ ਬੀ ਨੋਟਡ। ਦੇਖੋ ਵੀ ਦੇਖੋ ਇਹਦੇ 'ਚ ਇੱਕ PR ਸਟੰਟ ਵੀ ਹੋ ਸਕਦਾ ਹੈ ਕਿ PM ਸਾਹਿਬ ਦੀ ਇਮੇਜ ਜਿਹੜੀ ਖਰਾਬ ਕੀਤੀ ਗਈ ਹੋਵੇ, ਅਤੇ ਇਹਦੇ 'ਚ ਇਹ ਵੀ ਹੋ ਸਕਦਾ ਕਿ ਕੀ ਪਤਾ ਬਈ ਗੱਲ ਸੱਚੀ ਹੋਵੇ। ਬਾਕੀ ਹੁਣ ਆਪਾਂ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਤੁਹਾਨੂੰ ਕੀ ਪਤਾ? ਤੁਹਾਨੂੰ ਲੱਗਦਾ ਇੱਦਾਂ ਦਾ ਕੁਛ ਹੈ? ਥੱਲੇ ਕਮੈਂਟ ਕਰਕੇ ਦੱਸਿਓ। चाइना गया था, इसके व्यवहार जब ये रशिया गया था, उसका विवरण नहीं दूंगा, परंतु आप समझ लेंगे कि सब अश्लील बात हुई। मोदी धीरे धीरे लड़की से नजदीकियां बढ़ाने लगे थे। दोनों पहले चोरी छिपे ईमेल पर बात करते थे, फिर नजदीकियां इतनी बढ़ी कि पर्सनल नंबर पर ऐसी वैसी सब तरीके की बात होने लगी। ਇੱਕ ਮਿੰਟ ਬਾਈ ਸਾਹਿਬ, ਪਰਸਨਲ ਲਾਈਫ ਹੈ ਯਾਰ ਉਹਨਾਂ ਦੀ, ਤੁਹਾਨੂੰ ਕੀ ਦਿੱਕਤ ਹੈ? ਤੁਸੀਂ ਮਜ਼ਾਕ ਬਣਾ ਰੱਖਿਆ ਯਾਰ। ਮਤਲਬ ਠੀਕ ਹੈ, ਉਹ ਉਹਨਾਂ ਪਰਸਨਲ ਲਾਈਫ 'ਚ ਅਗਲੇ ਜੋ ਮਰਜ਼ੀ ਕਰਨ। ਜੇ ਕੁੜੀ ਰਾਜੀ ਹੈ ਭਾਈ ਤਾਂ ਜੋ ਮਰਜ਼ੀ ਕਰਦੇ ਰਹਿਣ, ਜਿਹਦੇ ਨਾਲ ਮਰਜ਼ੀ ਗੱਲਾਂ ਕਰਨ, ਜਿਹੋ ਜਿਹੀਆਂ ਮਰਜ਼ੀ ਕਰਨ, ਵੀ ਤੁਸੀਂ ਹੰਬ ਲੈਣੇ ਹੈ ਐਵੇਂ ਹੀ ਸਵਾਦ ਜੇ ਲੈਂਦੇ ਰਹਿੰਦੇ ਆ। ਦੱਸ ਕਮਾਲ ਹੋ ਗਈ ਯਾਰ। PM ਸਾਹਿਬ ਇਹਦਾ ਮਤਲਬ ਇਹ ਥੋੜ੍ਹਾ ਕਿ ਉਹ ਇਨਸਾਨ ਨਹੀਂ ਹੈਗੇ, ਉਹਨਾਂ ਦੀਆਂ ਵੀ ਜ਼ਰੂਰਤਾਂ ਭਾਈ। ਉਹ ਵਿਆਹ ਪਰ ਇਹਨਾਂ ਨੇ ਨਹੀਂ ਕਰਾਇਆ, ਉਹਨਾਂ ਦੀ ਵੀ ਉਹ ਵੀ ਮਰਜ਼ੀ ਹੈ। ਸਲਮਾਨ ਖਾਨ ਨੇ ਕਿਹੜਾ ਕਰਾਇਆ ਹੈ ਦੱਸ? ਤੇ ਸਲਮਾਨ ਖਾਨ ਨੇ ਗਰਲਫ੍ਰੈਂਡ ਨਹੀਂ ਬਣਾਈਆਂ? ਕਿੰਨੀਆਂ ਬਣਾਈਆਂ ਦੱਸੋ? ਕਿੰਨੀਆਂ ਬਣਾਈਆਂ, ਕਿੰਨੀਆਂ ਚੇਂਜ ਕਰ ਲਈਆਂ, ਫਲਾਨਾ ਢਿਉਂਕਾ। ਬਈ ਜਦੋਂ ਚੱਲਦਾ ਪਿਆ ਸਾਰਾ ਕੁਝ ਦੁਨੀਆ 'ਚ ਤਾਂ ਫਿਰ ਮੋਦੀ ਸਾਹਿਬ ਨੂੰ ਕਿਉਂ ਮਾੜਾ ਕਹਿੰਦੇ ਹੋ ਯਾਰ? ਹੱਦ ਹੋਈ ਪਈ ਹੈ ਯਾਰ। सुबह कितनी गुलाबी है, ठंड कितनी शराबी है। सोच भी नहीं सकते कि मोदी CM थे, फिर भी उनके पास इतना समय था कि वो एक लड़की से ऐसी ऐसी बातें। ਫਿਰ ਉਹੀ ਗੱਲ, CM ਸੀ ਦਾ ਮਤਲਬ ਕਿ ਉਹ ਮੈਂ ਹੁਣ ਕੀ ਕਹਾਂ ਯਾਰ। ਫੈਮਿਲੀ ਚੈਨਲ ਹੈ, ਮਤਲਬ ਇਹ ਬਈ ਹੈ ਹੁੰਦਾ ਬੰਦੇ 'ਚ ਯਾਰ। कर सके तो उस समय दरम्यान शी वॉज शोइंग मी उनके SMS बता रही कि देखो नरेंद्र मोदी कैसे लिख रहा है, देखो नरेंद्र मोदी कैसे लिख रहा है। तो वो SMS पढ़ते पढ़ते इनफैक्ट मुझे तो ताज्जुब हुआ कि मुख्यमंत्री के पास ऐसे फालतू SMS करने का भी टाइम हो सकता है। भावनगर का गांठिया खाया कि नहीं खाया, चाय पी के नहीं पी, सुबह कितनी गुलाबी, ठंड कितनी शराबी, दैट काइंड ऑफ अ थिंग रैंडम। और कुछ शायरिया बायरिया भी गुजराती में लिखी थी जो मुझे याद नहीं है। मोदी पर यह संगीन आरोप लगाने वाले कोई हल्के आदमी नहीं है। पहला नाम सुब्रमण्यम स्वामी, जो खुद मोदी के दोस्त और बीजेपी के बड़े नेता। दूसरा नाम प्रदीप शर्मा, IAS रह चुके हैं, मोदी के पसंदीदा अधिकारियों में से एक थे।
अबे ये क्या हो रहा है भाई, साथ के बंदे ही धोती खोल रहे हैं, पूरी स्टोरी बता रहे हैं कि ऐसे हो गया ऐसे हो गया। भाई जे हो भी गया ਤਾਂ ਕੀ ਹੋ ਗਿਆ ਯਾਰ, ਕੋਈ ਚੱਕਰ ਨਹੀਂ ਯਾਰ। ਮੈਂ ਤਾਂ ਕਹਿੰਦਾ ਯਾਰ ਮੋਦੀ ਸਾਹਿਬ ਵੀ ਇਨਸਾਨ ਹੈ, ਫਿਰ ਕੀ ਹੋ ਗਿਆ, ਉਹਨਾਂ ਦੀਆਂ ਵੀ ਸਰੀਰਕ ਜ਼ਰੂਰਤਾਂ ਕੋਈ ਤਾਂ ਉਹਨੇ ਪੂਰੀਆਂ ਕਰਨੀਆਂ, ਫਿਰ ਕੀ ਹੋ ਗਿਆ ਗੱਲ ਕਰ ਲਈ। ਸੀਐਮ ਤਾਂ ਇਹਦਾ ਮਤਲਬ ਇਹ ਥੋੜਾ ਕਿ ਅਗਲਾ ਬੰਦੇ ਕਿਸੇ ਨਾਲ ਗੱਲ ਨਾ ਕਰੇ। ਅਗਲੇ ਬੰਦੇ ਨੂੰ ਵੀ ਚਾਹੀਦਾ ਕਿ ਯਾਰ ਉਹ ਕਿਸੇ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਆਰਾਮ ਨਾਲ ਸਕੂਨ ਨਾਲ ਬੈਠੇ, ਦਿਨ ਭਰ ਦਾ ਥੱਕਿਆ ਆਪੋਜ਼ਿਟ ਪਾਰਟੀ ਵਾਲਿਆਂ ਨੂੰ ਗਾਲਾਂ ਕੱਢ ਕੇ ਤੇ ਆਪਦਾ ਪ੍ਰੈਸ਼ਰ ਜਿਹੜਾ ਪੋਲੀਟੀਕਲ ਪ੍ਰੈਸ਼ਰ ਹੈ ਉਹਨੂੰ ਵੀ ਹੈਂਡਲ ਕਰਨਾ। ਅਕਸਰ ਉਹ ਵੀ ਚਾਹੁੰਦਾ ਯਾਰ ਮੈਂ ਜਦੋਂ ਘਰੇ ਜਾਵਾਂ ਤੇ ਮਤਲਬ ਥੱਕਿਆ ਟੁੱਟਿਆ ਤੇ ਮੇਰੇ ਘਰੇ ਕੋਈ ਬੈਠਾ ਹੋਵੇ ਤੇ ਮੈਨੂੰ ਚਾਹ ਪਾਣੀ ਪੁੱਛੇ। ਹੈ दस हद हो गई यार, ਤੁਸੀਂ ਤਾਂ ਮਗਰ ਪੈ ਜਾਂਦੇ ਹੋ यार बंदे दे। मोदी के सबसे करीबी अफसर प्रदीप शर्मा ने तो यह तक दावा किया आ मोदी साहब है, क्या बात है, लगते नहीं पे वैसे मोदी साहब। चलो कोई कमेंट नहीं करांगे आप इत्थे। कि मोदी को शक था कि प्रदीप के पास एक ऐसी सीडी है जिसमें महिला आपत्तिजनक हालत में थी, और इसी शक के चलते मोदी ने आईएएस अफसर प्रदीप की जासूसी तक कराई। दरअसल बात है 2000 के दशक की, जब नरेंद्र मोदी गुजरात के मुख्यमंत्री थे। पूर्व आईएएस प्रदीप शर्मा का कहना है कि 2004 में उन्होंने एक पेशे से टिकट महिला जिसका नाम मानसी सोनी था उसको मोदी से मिलवाया। धीरे धीरे उनके बीच नजदीकियां बढ़ने लगी, महिला मोदी को मेल करके बात करने लगी। फिर मोदी ने महिला का पर्सनल नंबर ले लिया और दोनों पर्सनल नंबर पर दावे के अनुसार अतरंगी बातें करने लगे। अतरंगी नहीं, फिर बात कहां बिगड़ी और आरोप लगे कि शक के चलते मोदी मानसी के फोन कॉल्स और उनकी हर गतिविधि की निगरानी करवाने लगे। यानी कि मोदी जिस महिला से बात करते थे उसी की जासूसी करवाने में लग गए। शर्मा ने तो यह भी दावा किया कि मोदी को शक था कि उनके पास एक ऐसी सीडी है जिसमें महिला आपत्तिजनक हालत में थी, और इसी शक के चलते उनकी जासूसी पहले सीढ़ियां ही चलती होंदियां सी कराई गई। प्रदीप शर्मा ने अपने हलफनामे में यह भी बताया कि मानसी सोनी ने उन्हें एक निजी फोन नंबर दिया था जिसके बारे में दावा था यह गुजरात के सबसे शक्तिशाली व्यक्ति का नंबर है। शर्मा ने जब वो नंबर डायल किया तो रिंग तो गई लेकिन कोई जवाब नहीं मिला। इसके बाद मानसी और उनका परिवार भारत छोड़कर चला गया, और अब सुब्रमण्यम स्वामी का दावा है कि वो अब अमेरिका में है। कहानी में सबसे बड़ा मोड़ आया जब ऑडियो कॉल रिकॉर्डिंग्स लीक हुई। 2013 में कोबरा पोस्ट और गुलेल ने कुछ ऑडियो टेप्स जारी किए जिनमें कथित तौर पर तत्कालीन गृह राज्य मंत्री अमित शाह ਬੰਦੇ ਦਾ ਬੋਲਣ ਦਾ ਸਟਾਈਲ ਕਿੰਨਾ ਵਧੀਆ ਯਾਰ, ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਸ ਕਰਕੇ ਇਦਾਂ ਹੋ ਗਿਆ। ਮੋਦੀ ਸਾਹਿਬ ਨੇ ਗੱਲ ਕੀਤੀ ਸੀ ਪਰ ਫਿਰ ਕੀ ਹੋ ਗਿਆ, कर ली ਤਾਂ। आईपीएस अधिकारी जीएस सिंघल के बीच बातचीत थी। इन टेप्स में अमित शाह सिंघल को मानसी सोनी, उनके परिवार और प्रदीप शर्मा की हर हरकत पर नजर रखने के निर्देश देते सुने गए। टेप्स में यह भी सामने आया कि मानसी की फोन कॉल्स को सीआईडी इंटेलिजेंस के जरिए टैप किया जा रहा था और उनकी लोकेशन ट्रैक की जा रही थी। जैसे कि 22 अगस्त 2009 को जब मानसी बेंगलोर पहुंची थी तब उनकी लोकेशन को नॉर्थ बेंगलोर में ट्रैक किया गया। इन ऑडियो टेप्स में अमित शाह बार बार साहब का जिक्र करते हैं, जिसे बाद में प्रदीप शर्मा और दूसरे स्रोतों ने बताया कि अमित शाह जिसे साहब साहब बोल रहे थे वो कोई और नहीं बल्कि मोदी थे। खास बात यह है कि 18 से 23 अगस्त 2009 के बीच की रिकॉर्डिंग्स में यह साफ हुआ कि मानसी के परिवार की भी जासूसी की गई जब वे प्रदीप शर्मा के भावनगर स्थित घर गए थे। यहां तक कि उनके बोरोली तालाब के पास एक पुराने महल की सैर तक को ट्रैक किया गया। हालांकि गुजरात सरकार ने इन आरोपों को खारिज करते हुए कहा कि मानसी की जासूसी उनके पिता के अनुरोध पर की गई थी ताकि उनकी बेटी को प्रदीप शर्मा से बचाया जा सके। लेकिन ऑडियो टेप्स और प्रदीप शर्मा के बयानों ने इस दावे को कमजोर कर दिया। शर्मा ने कहा कि वे मानसी के परिवार के करीबी थे और जासूसी के दौरान भी उनके परिवार ने उनके साथ खाना खाया, जेल में उनसे मुलाकात तक की। उनके माँ बाप और भाइयों का भी सर्वेलेंस हो रहा था। अगर फादर ने चिट्ठी लिखी है कि मेरी बेटी का आप सर्वेलेंस कराइए, मुझे सिक्योरिटी चाहिए, तो उनकी क्यों सर्वेलेंस हो रही थी? इसके लिए मुझे लगता है ये लेटर आफ्टर थॉट है। इस मामले की जांच के लिए गुजरात सरकार ने एक आयोग भी बनाया था, लेकिन इसकी रिपोर्ट ने ज्यादा सनसनी नहीं मचाई। कई लोगों का मानना है कि इस मामले को दबाने की कोशिश की गई क्योंकि ये राजनीतिक रूप से संवेदनशील था। बाकी आप दर्शकों की इस पूरे मामले पर क्या राय है हमें कमेंट। ਓਕੇ ਜੀ, ਲਓ ਜੀ ਮਿੱਤਰੋ, ਅਸੀਂ ਕੀ ਅੱਜ ਦੀ ਇੱਕ ਵੀਡੀਓ ਦੇ ਇਹਦੇ ਵਿੱਚ ਆਪਾਂ ਹੁਣ ਗੱਲ ਕਰ ਲੈਣੇ ਆ ਸੀਰੀਅਸ ਟੋਨ ਦੇ ਵਿੱਚ। ਪਹਿਲਾਂ ਤਾਂ ਮੈਂ ਮਜ਼ਾਕ ਵਿੱਚ ਗੱਲ ਕਰ ਰਹੇ ਸੀਗੇ। ਸੋ ਸੀਰੀਅਸ ਟੋਨ ਦੇ ਵਿੱਚ ਗੱਲ ਭਾਈ ਸਾਹਿਬ ਇਦਾਂ ਕਿ ਦੇਖੋ, ਜਦੋਂ ਕੋਈ ਇਦਾਂ ਦੀ ਕੋਈ ਚੀਜ਼ ਸਾਹਮਣੇ ਆਉਂਦੀ ਹੁੰਦੀ ਨਾ, ਕੋਈ ਕੇਸ ਹੁੰਦਾ ਜਾਂ ਕੁਝ ਵੀ ਹੁੰਦਾ, ਤਾਂ ਉਦੋਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹੁੰਦੀਆਂ, ਠੀਕ ਹੈ। ਉਹਦੇ ਵਿੱਚ ਕੁਝ ਚੀਜ਼ਾਂ ਸੱਚੀਆਂ ਵੀ ਹੁੰਦੀਆਂ ਤੇ ਬਹੁਤ ਸਾਰੀਆਂ ਝੂਠੀਆਂ ਵੀ ਹੁੰਦੀਆਂ। ਸੋ ਅੱਜ ਆਪਾਂ ਆਪਣੇ ਘਰਾਂ ਦੇ ਵਿੱਚ ਬੈਠੇ ਜੇਕਰ ਇਦਾਂ ਦੀ ਖਬਰ ਕੋਈ ਪੜ੍ਹ ਰਹੇ ਹਾਂ ਤਾਂ ਜਾਂ ਦੇਖ ਰਹੇ ਹਾਂ
ਤਾਂ ਇਹਦੇ ਤੇ ਹੁਣ ਬਈ ਆਪਾਂ ਤਾਂ ਕੋਈ ਟਿੱਪਣੀ ਕਰ ਨਹੀਂ ਸਕਦੇ, ਸਾਨੂੰ ਤਾਂ ਪਤਾ ਨਹੀਂ ਹਨਾ ਵੀ ਕੀ ਚੀਜ਼ ਹੋਈ ਹੋਣੀ ਹੈ ਜਾਂ ਕੀ ਨਹੀਂ ਹੋਈ ਹੋਣੀ। ਪਰ ਇੱਕ ਚੀਜ਼ 'ਚ ਮੈਂ ਮੋਦੀ ਸਾਹਿਬ ਦੇ ਨਾਲ ਹਾਂ ਕਿ ਦੇਖੋ ਜੇਕਰ ਤਾਂ ਕੁੜੀ ਰਾਜੀ ਹੈ, ਠੀਕ ਹੈ, ਐਂਡ ਉਹ ਰਿਲੇਸ਼ਨਸ਼ਿਪ 'ਚ ਰਹੇ ਹੋਣ ਭਾਵੇਂ ਵਟ ਐਵਰ ਜੋ ਵੀ ਸੀਗਾ, ਠੀਕ ਹੈ, ਤੇ ਬਈ ਦੇਖੋ ਉਹਨਾਂ ਦੀ ਪਰਸਨਲ ਉਹਨਾਂ ਦੀ ਲਾਈਫ ਹੈ ਹਨਾ। ਇਹਦਾ ਮਤਲਬ ਇਹ ਨਹੀਂ ਕਿ CM ਹੈ ਜਾਂ PM ਹੈ ਤੇ ਉਹ ਆਪਣੀ ਪਰਸਨਲ ਲਾਈਫ 'ਚ ਖੁਸ਼ ਨਹੀਂ ਰਹਿ ਸਕਦੇ, ਠੀਕ ਹੈ। ਸੋ ਇਹ ਤਾਂ ਕਿਤੇ ਨਹੀਂ ਲਿਖਿਆ। ਬਾਕੀ ਜੇਕਰ ਕੋਈ PM CM ਦੇ ਕੋਈ ਰੂਲ ਹੁੰਦੇ ਹੋਣ ਕਿ ਹਾਂ ਬਈ ਤੁਸੀਂ ਗਰਲਫ੍ਰੈਂਡ ਬॉयਫ੍ਰੈਂਡ ਨਹੀਂ ਬਣਾ ਸਕਦੇ, ਤਾਂ ਉਹਦਾ ਬਈ ਮੈਨੂੰ ਪਤਾ ਨਹੀਂ, ਠੀਕ ਹੈ। ਵਿਆਹ ਤਾਂ ਦੇਖੋ ਵਿਆਹੇ ਹੋਏ ਤਾਂ ਬਹੁਤ ਸਾਰੇ ਆ ਜਿਹੜੇ CM ਵਿਆਹੇ ਹੋਏ ਆ, PM ਜਿਹੜੇ ਪਹਿਲਾਂ ਪਾਸਟ ਦੇ ਵਿੱਚ ਸੀਗੇ, ਠੀਕ ਹੈ। ਤੇ ਹੁਣ ਫਿਰ ਰਿਲੇਸ਼ਨਸ਼ਿਪ ਦੇ ਵਿੱਚ ਵੀ ਮੇਰੇ ਖਿਆਲ ਕੋਈ ਆਪੱਤੀ ਤਾਂ ਨਹੀਂ ਹੋਣੀ ਚਾਹੀਦੀ, ਪਰ ਦੇਖੋ ਇਹਦੇ ਬਾਰੇ ਮੈਨੂੰ ਪਤਾ ਨਹੀਂਗਾ। ਪਰ ਮੇਰੇ ਅਕੋਰਡਿੰਗ ਵੀ ਜੇ ਹੈ ਵੀ ਤਾਂ ਕੋਈ ਗੱਲ ਨਹੀਂ। ਤੇ ਹੁਣ ਦੂਜੀ ਗੱਲ ਵੀ ਜਿਹੜਾ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਸੀ ਕਿ ਜੀ ਉਹ ਕਿਡਨੈਪ ਕੀਤਾ ਤੇ ਵੀਡੀਓਜ਼ ਬਣਾਈਆਂ ਜਾਂ ਫਲਾਨਾ ਢਿਉਂਗਾ ਜੋ ਵੀ ਸੀਗਾ, ਤੇ ਉਹ ਜੇਕਰ ਉਹ ਚੀਜ਼ਾਂ ਹੋ ਜਾਂਦੀਆਂ ਤਾਂ ਉਹ ਗਲਤ ਆ, ਠੀਕ ਹੈ। ਤਾਂ ਉਹਦੇ 'ਚ ਹੁਣ ਸੱਚਾਈ ਕਿੰਨੀ ਕੁ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਭਾਈ। ਇਹ ਤਾਂ ਆਪਾਂ ਇੱਕ ਖਬਰ ਸੁਣ ਰਹੇ ਹਾਂ, ਖਬਰਾਂ 'ਚ ਇਲਜ਼ਾਮ ਵੀ ਬਹੁਤ ਲੱਗਦੇ ਹੁੰਦੇ ਆ, ਪਰ ਇਲਜ਼ਾਮ ਉਦੋਂ ਤੱਕ ਪ੍ਰੂਫ ਨਹੀਂ ਹੁੰਦਾ, ਉਦੋਂ ਤੱਕ ਬੰਦਾ ਗਿਲਟੀ ਨਹੀਂ ਸਾਬਤ ਹੁੰਦਾ ਜਦੋਂ ਤੱਕ ਉਹਦੇ 'ਤੇ ਲੱਗਾ ਹੋਇਆ ਇਲਜ਼ਾਮ ਪ੍ਰੂਫ ਨਾ ਹੋ ਜਾਵੇ ਸਬੂਤਾਂ ਦੇ ਆਧਾਰ 'ਤੇ, ਠੀਕ ਹੈ। ਤੇ ਕਹਿੰਦੇ ਜੀ ਗੁਜਰਾਤ ਜਿਹੜੀ ਗਵਰਨਮੈਂਟ ਹੈ, ਯਾਨੀ ਕਿ ਉਹਨਾਂ ਨੇ ਸਾਰਾ ਇਨਵੈਸਟੀਗੇਸ਼ਨ ਵਗੈਰਾ ਕਰਾਈ, ਸਭ ਕੁਛ ਕਰਾਇਆ, ਤੇ ਉਹਦੇ 'ਚੋਂ ਕਹਿੰਦੇ ਨਹੀਂ ਨਿਕਲਿਆ, ਠੀਕ ਹੈ। ਤੇ ਦੇਖੋ ਜੀ ਸਰਕਾਰਾਂ ਦੀਆਂ ਗੱਲਾਂ ਇਹ, ਠੀਕ ਹੈ, ਇੱਥੇ ਕੁਝ ਵੀ ਹੋ ਸਕਦਾ। ਆਪਾਂ ਕੌਣ ਹੁੰਦੇ ਆ ਇਹਨਾਂ ਨੂੰ ਜੱਜ ਕਰਨ ਵਾਲੇ? ਆਪਣੇ ਹੱਥ ਕੁਛ ਵਸ ਨਹੀਂਗਾ ਤੇ ਨਾ ਹੀ ਆਪਾਂ ਕੋਈ ਟਿੱਪਣੀ ਕਰ ਸਕਦੇ ਹਾਂ। ਬਾਕੀ ਤੁਹਾਡਾ ਕੀ ਮੰਨਣਾ ਹੈ ਕਿ ਤੁਹਾਡੇ ਕੀ ਵਿਚਾਰ ਹੈ ਇਸ ਟੌਪਿਕ ਤੇ, ਮੈਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਐਂਡ ਜਾਣ ਤੋਂ ਪਹਿਲਾਂ ਆਪਾਂ ਇੱਕ ਲੇਟੈਸਟ ਵੀਡੀਓ ਅਪਲੋਡ ਕੀਤੀ ਹੈ ਵੀ ਆਪਣੇ ਦੂਜੇ ਚੈਨਲ ਤੇ ਪੰਜਾਬੀ ਰੀਅਲ TV ਐਕਸਟਰਾ ਤੇ, ਜਿਹਦੇ ਵਿੱਚ ਗੱਲ ਕੀਤੀ ਹੈ ਕਿ ਬਾਲੀਵੁੱਡ ਛਾਪਾ ਫੈਕਟਰੀ ਦੀ। ਬੜੇ ਦਿਨਾਂ ਬਾਅਦ ਆਪਾਂ ਗੱਲਬਾਤ ਕੀਤੀ ਹੈ ਇਸ ਦੀ, ਸੋ ਜਾ ਕੇ ਤੁਸੀਂ ਇੱਥੇ ਕਲਿੱਕ ਕਰਕੇ ਜਿਹੜੀ ਉਹ ਵੀਡੀਓ ਦੇਖ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਸੋ ਮੈਂ ਮਿਲੂੰਗਾ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ। ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ।